ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਇ।
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਰੋਦਤ ਸ਼ੋਕਤ ਹੇਰ ਕਰ ਹੁਤਮ ਸਾਹਿਬ ਪਾਸ। ਗੁਲਖਾ ਨਾਮ ਪਠਾਨ ਕੋ ਬੋਲਿਓ ਸੁਮਤ ਪ੍ਰਕਾਸ਼। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਰੋਦਤ ਸ਼ੋਕਤ ਹੇਰ ਕਰ ਹੁਤਮ ਸਾਹਿਬ ਪਾਸ। ਗੁਲਖਾ ਨਾਮ ਪਠਾਨ ਕੋ ਬੋਲਿਓ ਸੁਮਤ ਪ੍ਰਕਾਸ਼। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 53 ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਜੰਗ ਜਾਰੀ ਹੈ ਜਿਹਦੇ ਵਿੱਚ ਭਾਈ ਜਾਤੀ ਮਲਕ ਦੇ ਹੱਥੋਂ ਲੱਲਾ ਬੇਗ ਦਾ ਛੋਟਾ ਪੁੱਤਰ ਸ਼ਮਸ਼ ਬੇਗ ਵੀ ਮਾਰਿਆ ਗਿਆ ਹੈ। ਸ਼ਮਸ਼ ਬੇਗ ਦੀ ਧੌਣ ਧੜ ਦੇ ਨਾਲੋਂ ਵੱਖਰੀ ਹੋ ਗਈ। ਘੋੜੇ ਦੇ ਉੱਤੇ ਲਾਸ਼ ਜਿਹੜੀ ਹੈ ਉਹ ਲਟਕ ਰਹੀ ਹੈ, ਪੈਰ ਰਕਾਬਾਂ ਦੇ ਵਿੱਚ ਫਸ ਗਏ। ਘੋੜਾ ਜਦੋਂ ਭੱਜਦਾ ਹੈ ਪੈਰਾਂ ਦੇ ਨਾਲ ਉਹਦੀ ਲਾਸ਼ ਲੱਗਦੀ ਹੈ, ਘੋੜਾ ਹੋਰ ਡਰਦਾ ਹੋਰ ਭੱਜਦਾ ਹੈ। ਔਰ ਲੱਲਾ ਬੇਗ ਨੇ ਜਦੋਂ ਘੋੜਾ ਪਛਾਣਿਆ ਇੱਕਦਮ ਲੱਗਿਆ ਕਿ ਪੁੱਤਰ ਮਾਰਿਆ ਗਿਆ ਹੈ। ਔਰ ਨਾਲ ਖੜੇ ਮੁਗਲ ਸੈਨਿਕ ਨੇ ਕਿਹਾ ਕਿ ਤੁਹਾਡਾ ਪੁੱਤਰ ਵੀ ਨਾਲ ਹੀ ਹੈ ਘੋੜੇ ਦੇ, ਪਰ ਉਹਦੇ ਨਾਲ ਧੌਣ ਕੋਈ ਨਹੀਂ, ਇਕੱਲਾ ਧੜ ਹੈ। ਇੱਥੇ ਲੱਲਾ ਬੇਗ ਨੇ ਇੱਕ ਵਾਰੀ ਫਿਰ ਹਥਿਆਰ ਛੁੱਟੇ ਰੋਇਆ। ਅਤੇ ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦੇ ਵਿੱਚ ਫਿਰ ਲਿਖਦੇ ਨੇ ਕਿ ਇਸ ਤਰ੍ਹਾਂ ਜਦੋਂ ਰੋ ਰਿਹਾ ਸੀ, ਹਥਿਆਰ ਇਹਨੇ ਸੁੱਟੇ ਸਨ, ਚਾਹੁੰਦਾ ਸੀ ਕਿ ਹੁਣ ਮੈਦਾਨ ਦੇ ਵਿੱਚ ਕੀ ਰਹਿ ਗਿਆ, ਛੱਡ ਕੇ ਭੱਜ ਜਾਵਾਂ। ਉੱਥੇ ਕੋਲ ਖੜਾ ਹੋਇਆ ਇੱਕ ਮੁਸਾਹਿਬ ਸੈਨਾ ਦਾ ਸਿਪਾਹੀ ਜਿਹਦਾ ਨਾਂ ਗੁਲਖਾ ਹੈ। ਇਸ ਪਠਾਨ ਨੇ ਫਿਰ ਸਮਝਾਇਆ ਕਿ ਲੱਲਾ ਬੇਗ ਜੀ, ਜੰਗ ਦੇ ਵਿੱਚ ਜਿੱਤ ਹੋਣੀ ਅਤੇ ਜਾਂ ਹਾਰ ਹੋਣੀ, ਇਹ ਦੋ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਜਿੱਤ ਜਾਂ ਹਾਰ। ਕਿਉਂਕਿ ਹਾਰ ਹੋ ਜਾਣੀ ਕੁਝ ਹੋਰ ਹੈ ਅਤੇ ਮੰਨ ਲੈਣੀ ਕੁਝ ਹੋਰ ਹੈ। ਸੂਰਮਾ ਹਾਰ ਜਾਏ ਤਾਂ ਕੋਈ ਗੱਲ ਨਹੀਂ, ਮਾਰਿਆ ਜਾਏ, ਪਰ ਮੈਦਾਨ ਛੱਡ ਕੇ ਨਾ ਭੱਜੇ। ਹੁਣ ਕਹਿੰਦੇ ਇਹ ਲੱਲਾ ਬੇਗ ਨੂੰ ਜਿਹੜਾ ਗੁਲਖ ਹੈ ਉਹ ਸਮਝਾ ਰਿਹਾ ਹੈ, ਕਰਿਓ ਉਤਸਾਹ ਹਿਰਦੈ ਧੀਰ ਧਾਰੇ, ਗੁਰੂ ਸੰਗ ਚਾਹੇ ਭੇਰੋ ਜੰਗ ਭਾਰੇ। ਗੁਲਖਾਂ ਦੀਆਂ ਗੱਲਾਂ ਸੁਣ ਕੇ ਇੱਕ ਵਾਰੀ ਫਿਰ ਜਿਹੜਾ ਲੱਲਾ ਬੇਗ ਥੋੜ੍ਹੀ ਜਿਹੀ ਹਿੰਮਤ ਆਈ, ਉਤਸ਼ਾਹ ਧਾਰਨ ਕੀਤਾ ਕਿ ਹੁਣ ਗੁਰੂ ਸਾਹਿਬ ਜੀ ਨਾਲ ਮੈਂ ਜੰਗ ਕਰਾਂ।
ਹੂਤੋ ਫੈਜ ਖਾਂ ਪਾਸ ਦੀਨੀ ਦਲੇਰੀ। ਇਹ ਪ੍ਰਾਣ ਜੋ ਲੋ ਸੁਣੋ ਬਾਤ ਮੇਰੀ। ਥੋੜ੍ਹੀ ਜਿਹੀ ਹਿੰਮਤ ਲੱਲਾ ਬੇਗ ਦੇ ਵਿੱਚ ਆਈ। ਉਸ ਵੇਲੇ ਇੱਕ ਸਿਪਾਹੀ ਕੋਲ ਹੋਰ ਖੜਾ ਜਿਹਦਾ ਨਾਂ ਸੈਫ ਖਾਂ ਸੀ। ਸੈਫ ਖਾਂ ਨੇ ਵੀ ਥੋੜ੍ਹੀ ਜਿਹੀ ਦਲੇਰੀ ਦਿੱਤੀ ਕਿ ਲੱਲਾ ਬੇਗ ਜੀ ਸੁਣੋ, ਜਦੋਂ ਤੱਕ ਹੁਣ ਸਰੀਰ ਦੇ ਵਿੱਚ ਜਾਨ ਹੈ, ਜਦੋਂ ਤੱਕ ਸਾਡੇ ਪ੍ਰਾਣ ਨੇ, ਗੁਰੂ ਕੋ ਕਹਿ ਕਹਿ ਹੱਥੈ ਸ਼ਸਤਰ ਮਾਰੈ। ਤਬੇ ਸ਼ਾਹੂ ਕੇ ਪਾਸ ਆਪਾ ਦਿਖਾਰੈ। ਕਿ ਜਦੋਂ ਤੱਕ ਸਾਡੇ ਸਰੀਰਾਂ 'ਚ ਪ੍ਰਾਣ ਨੇ, ਜਾਂ ਤਾਂ ਗੁਰੂ ਨੂੰ ਫੜਾਂਗੇ ਜਾਂ ਮਾਰਾਂਗੇ। ਕਿ ਬਾਦਸ਼ਾਹ ਸ਼ਾਹਜਹਾਂ ਨੂੰ ਤੇ ਤਾਂ ਹੀ ਜਾ ਕੇ ਮੂੰਹ ਵਿਖਾ ਸਕਾਂਗੇ। ਨਹੀਂ ਤੋ ਇਹਾਂ ਵੀਰ ਖੇਤੰਗ ਮਝਾਰਾ। ਸਰੀਰੰਗ ਤਜੈਂਗੇ ਸਹਿ ਖਗ ਧਾਰਾ। ਨਹੀਂ ਤੇ ਲੱਲਾ ਬੇਗ ਅਸੀਂ ਯੋਧੇ ਆ, ਤੇ ਯੋਧਿਆਂ ਦੀ ਤਰ੍ਹਾਂ ਰਣ ਖੇਤਰ ਦੇ ਵਿੱਚ ਆਪਣੇ ਸਰੀਰ ਨੂੰ ਛੱਡ ਜਾਵਾਂਗੇ। ਤਲਵਾਰਾਂ ਦੇ ਸੱਟ ਖਾਵਾਂਗੇ, ਜਾਂ ਮਾਰਾਂਗੇ, ਮਰਾਂਗੇ ਜਾਂ ਮਾਰਾਂਗੇ। ਇਹੀ ਬਾਤ ਆਸ਼ੇ ਲੱਲਾ ਬੇਗ ਮਾਨੀ। ਚੱਲਿਓ ਸਾਹ ਮੈਂ ਜੰਗ ਕੇ ਹੇਤ ਮਾਨੀ। ਬਸ ਲੱਲਾ ਬੇਗ ਮੰਨ ਗਿਆ ਕਿ ਗੱਲ ਹੀ ਠੀਕ ਹੈ, ਜਾਵਾਂਗੇ ਵੀ ਤੇ ਹੁਣ ਕੀ ਲੈ ਕੇ ਜਾਵਾਂਗੇ। ਕਹਿੰਦੇ ਜੰਗ ਦੇ ਵਾਸਤੇ ਇਹ ਲੱਲਾ ਬੇਗ ਥੋੜ੍ਹਾ ਜਿਹਾ ਸਾਹਮਣੇ ਹੋਇਆ। ਬਜੈ ਸੰਗ ਧੁੰਸਾ ਜੁਝਾਊ ਬਡੇਰਾ। ਲਰੈ ਬੇਰ ਦੋ ਦਾਵ ਠਾਨੈ ਕਨੇਰਾ। ਹੁਣ ਕਹਿੰਦੇ ਨਗਾਰੇ ਤੇ ਧੁੰਸਾ ਵੱਜ ਗਿਆ ਹੈ, ਜੁਝਾਰੂ ਨਗਾਰਾ ਵੱਜਿਆ ਹੈ। ਅੱਗੇ 2 ਵਾਰ ਜਿਹੜਾ ਇਹ ਜੁਝਾਰੂ ਧੁੰਸਾ ਵੱਜ ਚੁੱਕਿਆ ਸੀ। ਇਸ ਲਈ ਹੁਣ ਵੱਡਾ ਚਾਅ ਧਾਰਨ ਕੀਤਾ ਕਿ ਜਾ ਕੇ ਦੇਖੀਏ ਜੇ ਦੋਵਾਂ ਦਾ ਜੰਗ ਹੋ ਜੇ, ਦਵੰਦ ਯੁੱਗ ਹੋਏ। ਹੱਕਾ ਹੱਕ ਬਾਜੇ ਲਖੈ ਪ੍ਰਾਣ ਅੰਤਾ। ਨਾ ਜਾਣਿਓ ਪਰ ਆਜ ਕੋ ਬਚੰਤਾ। ਕਹਿੰਦੇ ਬੜਾ ਸ਼ੋਰ ਮਚਿਆ। ਹੁਣ ਇਹਨਾਂ ਨੂੰ ਪਤਾ ਸੀ ਸਾਡੇ ਅੰਤ ਸਮਾਂ ਹੈ, ਸਾਡੇ ਪ੍ਰਾਣ ਹੁਣ ਬਚਨੇ ਕੋਈ ਨਹੀਂ। ਅੱਜ ਕੋਈ ਵੀ ਨਹੀਂ ਬਚੇਗਾ। ਇਹ ਨਹੀਂ ਸਮਝ ਲੱਗਦੀ ਕਿ ਕੋਈ ਸ਼ਾਇਦ ਬਚੇ, ਨਹੀਂ ਤਾਂ ਬਚਣਾ ਕਿਸੇ ਨੇ। ਭਏ ਸਹਮੇ ਤੁੰਦ ਤਾਜੇ ਕੁਦਾਏ। ਗਹੇ ਸ਼ਸਤਰ ਤਿੱਖੇ ਤੂੰ ਫੰਗੰਗ ਚਲਾਏ। ਪਰ ਫਿਰ ਵੀ ਇਹਨਾਂ ਨੇ ਥੋੜ੍ਹੀ ਜਿਹੀ ਹਿੰਮਤ ਕੀਤੀ। ਘੋੜਿਆਂ ਨੂੰ ਟਪਾਉਂਦੇ ਨੇ, ਭਜਾਉਂਦੇ ਨੇ, ਸ਼ਸਤਰ ਫੜ ਕੇ ਸਾਹਮਣੇ ਹੋ ਕੇ ਬੰਦੂਕਾਂ ਚਲਾਈਆਂ। ਕਿਨਹੂ ਚਾਪ ਲੀਨੇ ਸੋ ਬਾਨੰ ਸੰਧਾਨੇ। ਕਰੇ ਦੇਹ ਨੇਜੇ ਕੇ ਸਾਗੰਗ ਮਹਾਨੇ। ਕਈਆਂ ਨੇ ਧਨੁੱਖ ਫੜੇ, ਉਹ ਤੀਰ ਚਲਾਉਂਦੇ ਨੇ। ਕਈਆਂ ਨੇ ਭਾਰੀ ਨੇਜੇ ਫੜੇ ਨੇ, ਤੇ ਕਈਆਂ ਨੇ ਬੜੇ ਵੱਡੇ ਵੱਡੇ ਬਰਛੇ ਫੜੇ ਨੇ। ਕਰਿਓ ਹੇਲ ਮੇਲਿਓ ਪਟੰਗ ਸ਼ੋਰ ਭਾਰੋ। ਨਹੀਂ ਜਾਣ ਦੀਜੈ ਗਹੂੰ ਕੈ ਪ੍ਰਹਾਰੋ। ਕਹਿੰਦੇ ਇੱਕ ਵਾਰੀ ਫਿਰ ਇਹਨਾਂ ਤੁਰਕਾਂ ਨੇ, ਸੂਰਮਿਆਂ ਨੇ ਭਾਰੀ ਰੌਲਾ ਮਚਾਇਆ। ਲੱਲਾ ਬੇਗ ਲਲਕਾਰਾ ਮਾਰ ਕੇ ਕਹਿੰਦਾ ਕਿ ਹੁਣ ਨਹੀਂ ਜਾਣ ਦਿਆਂਗੇ, ਹੁਣ ਫੜਾਂਗੇ ਜਾਂ ਮਾਰਾਂਗੇ। ਗੁਰੂ ਸੂਰ ਠਾਂਡੇ ਪਿੱਖੇ ਸ਼ਸਤਰ ਆਏ। ਨਹੀਂ ਭਾਜ ਤੇ ਪ੍ਰਾਣ ਚਾਹੇ ਖਪਾਏ। ਗੁਰੂ ਸੂਰਬੀਰ ਯੋਧੇ ਸਾਹਮਣੇ ਵੇਖਦੇ ਨੇ ਕਿ ਇਹ ਵੈਰੀ ਹੁਣ ਆ ਗਏ ਨੇ। ਇਹ ਭੱਜਦੇ ਨਹੀਂ, ਇਹ ਆਪਣੀ ਜਾਨ ਨਹੀਂ ਬਚਾਉਣਾ ਚਾਹੁੰਦੇ, ਇਹ ਮਰਨ ਵਾਸਤੇ ਆਏ ਨੇ। ਬੜੀ ਚੁੰਗ ਬਾਂਦੇ ਮਿਲੇ ਨੇਰ ਕਿਨੇ। ਤੁਮ ਫੰਕਾਨ ਗੋਰੇ ਤਬੈ ਸ਼ੋਰ ਦਿਨੇ। ਕਹਿੰਦੇ ਵੱਡੇ ਟੋਲੇ ਬੰਨ੍ਹ ਕੇ ਫਿਰ ਗੁਰੂ ਜੀ ਵੀ ਨੇੜੇ ਹੋ ਕੇ ਆ ਕੇ ਮਿਲੇ। ਉਸ ਵੇਲੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੱਡੀਆਂ। ਦੂਹ ਔਰ ਤੇ ਭੇੜ ਮਾਚਿਓ ਦੋਹੇਲਾ। ਸੱਟਾ ਸਾਟ ਸੇਲੇ ਭਈ ਰੇਲ ਪੇਲਾ। ਇੱਕ ਵਾਰੀ ਫਿਰ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ, ਜੰਗ ਮਚ ਗਿਆ। ਚੱਲੇ ਤੀਰ ਤਿੱਖੇ ਲੱਗੇ ਅੰਗ ਗਾਡੇ। ਛੁੱਟੇ ਸ਼ਰਿਉਣ ਚਾਲਿਓ ਮਹਾਰੋਸ ਬਾਡੇ। ਕਮਾਨਾਂ ਦੇ ਵਿੱਚੋਂ ਤੀਰ ਚੱਲੇ, ਅੰਗ ਵੱਢੇ ਜਾਂਦੇ ਨੇ, ਖੂਨ ਚੱਲਦਾ ਹੈ। ਚੱਲੇ ਆਏ ਸੁਦੇ ਮਿਲੇ ਤੁੰਡ ਨੇਰੇ। ਆਪੋ ਆਪ ਮੈਂ ਜੰਗ ਮਚੰਤ ਹੇਰੇ। ਹੁਣ ਇਹ ਲੱਲਾ ਬੇਗ ਤਿੰਨ ਦੇ ਨਾਲ ਜਿਹੜੇ 100 ਕੁ ਬਚੇ ਹੋਏ ਪਠਾਨ ਨੇ, ਇਹ ਚੱਲੇ ਆਉਂਦੇ ਨੇ ਸਿੱਧੇ ਨੇੜੇ ਹੋ ਕੇ ਭੇੜ ਹੋਇਆ ਹੈ। ਪਰੇ ਕੋਕ ਭਾਰੇ ਸੁਣੈ ਦੂਰ ਜੋਈ।
ਲੱਗੇ ਛੂਟ ਗੋਰੇ ਤਜੇ ਪ੍ਰਾਣ ਕੋਈ। ਕਹਿੰਦੇ ਨੇ ਭਾਰੀ ਬੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜਾ ਦੂਰ ਤੱਕ ਸੁਣਾਈਆਂ ਦਿੰਦੀਆਂ ਨੇ, ਗੋਲੀਆਂ ਨਿਕਲ ਕੇ ਵੱਜਦੀਆਂ ਨੇ, ਇਹਨਾਂ ਦੇ ਸੂਰਮੇ ਮਰਦੇ ਜਾਂਦੇ ਨੇ। ਮਹਾਯੁੱਧ ਮਾਚਿਓ ਗੁਰੂ ਜੀ ਆਨੰਦੇ, ਲਿਓ ਚਾਂਪ ਕਾਢੋ ਤਜੈ ਤੀਰ ਬਰਿੰਦੇ। ਇੱਕ ਵਾਰੀ ਫਿਰ ਚੰਗਾ ਜੰਗ ਮਚਿਆ। ਗੁਰੂ ਸਾਹਿਬ ਜੀ ਬੜੇ ਆਨੰਦ ਵਿੱਚ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਣ ਤਿੱਖਾ ਤੀਰ ਇੱਕ ਫੜਿਆ ਹੈ, ਧਨੁੱਖ ਹੱਥ 'ਚ ਲਿਆ ਹੈ। ਕਹਿਓ ਜੋਧ ਸੋ ਜੰਗ ਕੀਨੇ ਵਡੇਰੇ, ਨਹੀਂ ਅਗਰ ਜਾਵੋ ਪਿੱਖੋ ਵੀਰ ਭੇਰੇ। ਸਤਿਗੁਰੂ ਕਹਿੰਦੇ ਨੇ ਜੋਧ ਜੀ ਤੁਸੀਂ ਬੜੀ ਜੰਗ ਪਹਿਲੋਂ ਕੀਤੀ ਹੈ, ਬੜਿਆਂ ਨੂੰ ਮਾਰਿਆ, ਹੁਣ ਅੱਗੇ ਨਾ ਜਾਇਓ, ਤੁਸੀਂ ਇੱਥੇ ਖਲੋ ਕੇ ਹੁਣ ਜੰਗ ਦਾ ਨਜ਼ਾਰਾ ਦੇਖੋ। ਬੜੀ ਰਾਤ ਕੇ ਬਰਿੰਦ ਬੈਰੀ ਲਰਨ ਤੇ, ਖਪਾਏ ਘਣੇ ਮਾਰ ਦਰੋਹੀ ਦੂਰਨ ਤੇ। ਕਿ ਵੱਡੀ ਰਾਤ ਤੋਂ ਇਹ ਵੈਰੀ ਆ ਕੇ ਟੁਕੇ ਨੇ ਰਾਏ ਜੋਧ ਦੀ, ਉਦੋਂ ਤੋਂ ਤੁਸੀਂ ਲੜਦੇ ਹੁੰਦੇ ਹੋ, ਬੜਿਆਂ ਨੂੰ ਮਾਰ ਮਾਰ ਕੇ ਖਪਾਇਆ, ਗਿਣਤੀ ਕੋਈ ਨਹੀਂ, 34-35 ਹਜ਼ਾਰ ਬੰਦਾ ਮਾਰ ਮੁਕਾਇਆ ਹੈ। ਛੁਟੈ ਤੀਰ ਗੋਰੇ ਬਚਾਵੋ ਸਰੀਰੰ, ਭਇਓ ਅੰਤ ਸ਼ਤਰੂਣ ਜੀਤੇ ਸੋ ਧੀਰੇ। ਸਤਿਗੁਰੂ ਕਹਿੰਦੇ ਨੇ ਰਾਏ ਜੀ ਹੱਲੇ ਵੀ ਗੋਲੀਆਂ ਚੱਲਦੀਆਂ ਨੇ, ਆਪਣੇ ਆਪ ਨੂੰ ਬਚਾ ਕੇ ਰੱਖਿਓ। ਬਸ ਹੁਣ ਇਹਨਾਂ ਦੁਸ਼ਮਣਾਂ ਦਾ ਵੀ ਅੰਤ ਹੈ ਅਤੇ ਜੰਗ ਦਾ ਵੀ ਅੰਤ ਹੈ। ਗੁਰੂ ਬੈਣ ਮਾਨਿਓ ਅਮੋਰੰ ਪਛਾਨਿਓ, ਕਰਿਓ ਭੀਮ ਜੁੱਧੰ ਦਲਗ ਪੂਰਹਾਨਿਓ। ਰਾਏ ਜੋਧ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ, ਮੋੜਨ ਦੇ ਯੋਗ ਬਚਨ ਇਹਨੇ ਪਛਾਣਿਆ ਕਿ ਗੁਰੂ ਦਾ ਕੋਈ ਬਚਨ ਮੋੜਨਾ ਨਹੀਂ ਚਾਹੀਦਾ। ਕਛੂ ਅੰਗ ਮੈਂ ਘਾਵ ਲਾਗੇ ਦੇਖਣ ਤੇ, ਸ਼ਰਮੰਗ ਹੋਤ ਭਾ ਖੇਤ ਘੋਰਾ ਪ੍ਰਮੰਤੇ। ਕਿਉਂਕਿ ਰਾਏ ਜੋਧ ਦੇ ਵੀ ਸਰੀਰ 'ਤੇ ਜ਼ਖਮ ਹੋਏ ਸਨ, ਸੱਟਾਂ ਲੱਗੀਆਂ ਸਨ, ਨਜ਼ਰ ਆਉਂਦੀਆਂ ਸਨ। ਫਿਰ ਭਾਵੇਂ ਸੈਨਿਕਾਂ ਨੇ ਜੰਗ ਕੀਤਾ, ਨਾਲ ਹੋ ਕੇ ਲੜਾਇਆ, ਭਾਈ ਰਾਏ ਜੋਧ ਕੋ ਥੱਕੇ ਵੀ ਹੋਏ ਸਨ। ਬਿੰਦੇ ਬਿਦੇ ਚੰਦ ਚਾਹੈ ਬਰੋ ਛਤਰ ਮਧੰ, ਬਦੋਂ ਇੱਕ ਬਾਰੇ ਕਰੋ ਜੁੱਧ ਸੁਧੰ। ਇੱਧਰੋਂ ਭਾਈ ਬਿਧੀ ਚੰਦ ਵੀਰ ਰਸ ਦੇ ਵਿੱਚ ਨੇ। ਭਾਈ ਬਿਧੀ ਚੰਦ ਚਾਹੁੰਦਾ ਕਿ ਗੁਰੂ ਸਾਹਿਬ ਜੀ ਹੁਣ ਮੇਰੇ 'ਤੇ ਕਿਰਪਾ ਕਰਨ, ਮੈਨੂੰ ਆਗਿਆ ਦੇਣ, ਮੈਂ ਦੁਸ਼ਮਣਾਂ ਦੇ ਵਿੱਚ ਜਾ ਕੇ ਲੱਲਾ ਬੇਗ ਦਾ ਸਿਰ ਵੱਢਾਂ। ਗੁਰੂ ਜੀ ਨਿਵਾਰਿਓ ਉਚਾਰਿਓ ਥਰੀਜੈ, ਲੱਗੇ ਘਾਵ ਅੰਗੰ ਸ਼ਰਮ ਜਾਣ ਲੀਜੈ। ਪਰ ਸਤਿਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਰੋਕ ਦਿੱਤਾ। ਬਿਧੀ ਚੰਦ ਕਹਿੰਦੇ ਭਾਈ ਤੈਨੂੰ ਵੀ ਸੱਟਾਂ ਲੱਗੀਆਂ ਨੇ ਅਤੇ ਤੁਸੀਂ ਥੋੜ੍ਹਾ ਜਿਹਾ ਆਰਾਮ ਕਰੋ, ਹੁਣ ਜੰਗ ਦਾ ਨਜ਼ਾਰਾ ਤੁਸੀਂ ਦੇਖੋ। ਅਬੈ ਅੰਤ ਕੋ ਯੁੱਧ ਦੇਖੋ ਹਮਾਰਾ, ਲੱਲਾ ਬੇਗ ਕੇ ਸਾਥ ਖਗਨ ਪ੍ਰਹਾਰਾ। ਸਤਿਗੁਰੂ ਕਹਿੰਦੇ ਨੇ ਬਿਧੀ ਚੰਦ ਉੱਧਰੋਂ ਇਹਨਾਂ ਦਾ ਸੈਨਾ ਦਾ ਵੱਡਾ ਸੈਨਾਪਤੀ ਆ ਰਿਹਾ ਹੈ, ਲੱਲਾ ਬੇਗ ਆ ਰਿਹਾ ਹੈ। ਹੁਣ ਇਸ ਲੱਲਾ ਬੇਗ ਦੇ ਨਾਲ ਅਸੀਂ ਯੁੱਧ ਕਰਾਂਗੇ, ਤੁਸੀਂ ਵੇਖੋ। ਜੀਤੇ ਸ਼ਾਹੂ ਕੇ ਸੈਨ ਜੋਧਾ ਕਹਾਵੈ, ਮਾਰੇ ਮਾਰੇ ਐਸੇ ਨਹੀਂ ਸ਼ੇਖ ਪਾਵੈ। ਕਿ ਜਿੰਨੇ ਵੀ ਸੈਨਾ ਦਾ ਇਹ ਯੋਧਾ ਖਵਾਉਂਦਾ ਸੀ ਨਾ, 35,000 ਦਾ ਯੋਧਾ ਸੀ। ਬਸ ਹੁਣ ਐਸੇ ਮਾਰ ਮਾਰਾਂਗੇ ਕਿ ਜਿਹੜੇ ਬਚੇ ਨੇ ਇਹਨਾਂ 'ਚ ਵੀ ਕੋਈ ਨਹੀਂ ਬਚੇਗਾ। ਬਿਧੀ ਜੋਧ ਦੋਨੋਂ ਕਹਿਓ ਨਮਰ ਹੈਵ ਕੈ, ਸਮੰਗ ਆਪ ਕੇ ਕੌਣ ਹੈਵ ਹੈ ਅਰੈ ਕੈ। ਭਾਈ ਬਿਧੀ ਚੰਦ ਤੇ ਰਾਏ ਜੋਧ ਦੋਵਾਂ ਨੇ ਹੱਥ ਜੋੜ ਕੇ ਸੀਸ ਝੁਕਾਇਆ ਅਤੇ ਨਿਮਰਤਾ ਵਿੱਚ ਕਹਿੰਦੇ ਨੇ ਸਤਿਗੁਰੂ ਜੀ ਆਪ ਜੀ ਦੇ ਸਾਹਮਣੇ ਕੌਣ ਅੜ ਸਕਦਾ ਹੈ, ਇਹ ਲੱਲਾ ਬੇਗ ਤੇ ਚੀਜ਼ ਕੀ ਹੈ। ਨਹੀਂ ਦੇਵ ਦੈਤਾਨ ਮੈਂ ਵੀਰ ਕੋਈ, ਕਹਾਂ ਬਪਰੇ ਮਨੁੱਖਾ ਜੂਣ ਜੋਈ। ਇਸ ਲੱਲਾ ਬੇਗ ਦੇ ਤੇ ਗੱਲ ਛੱਡੋ, ਆਪ ਜੀ ਦੇ ਸਾਹਮਣੇ ਕੋਈ ਦੇਵਤਾ ਕੋਈ ਦੈਂਤ ਕਿ ਦੁਨੀਆ ਦਾ ਕੋਈ ਐਸਾ ਸੂਰਬੀਰ ਯੋਧਾ ਹੀ ਨਹੀਂ ਜਿਹੜਾ ਅੜ ਸਕੇ। ਕਹੋ ਏਕ ਵਾਰੰ ਤ੍ਰਿਲੋਕੀ ਬਿਨਾਸੋ, ਰਚੋ ਫੇਰ ਤੈਸੇ ਕਰੇ ਮੂੜ ਸੰਸੋ। ਸਤਿਗੁਰੂ ਜੀ ਆਪ ਜੀ ਤੇ ਬਚਨ ਕਰੋ ਅਤੇ ਇੱਕ ਬਚਨ ਦੇ ਵਿੱਚ ਤਿੰਨਾਂ ਲੋਕਾਂ ਦਾ ਨਾਸ਼ ਕਰ ਸਕਦੇ ਹੋ, ਅਤੇ ਉਸੇ ਪਲ ਦੇ ਵਿੱਚ ਦੁਬਾਰੇ ਫਿਰ ਇਹ ਸਾਰੀ ਤ੍ਰਿਲੋਕੀ ਨੂੰ ਸਾਜ ਸਕਦੇ ਹੋ।
इतो बोलते आप माही कृपाला, इते बेर आए महा जोर घाला। कहते इस तरह कृपालू गुरु जी भाई बिधि चंद राय जोध जी आपस में बचन बलास गल्लां बातां करते हैं। इन्हें विच जिहड़े सूरमे ने तुरक सैना के सैनिक वो कहते बहुत उन्होंने जोर पाया, कुछ नेड़े आ गए। तुंप खान तिरान ने जान संगा, महाकोप धारे करे कावे अंगा। बंदूकां तीरां नेजियां दे नाल कहते ने बड़े गुस्से दे विच आके इन्होंने वार किए, कईयां नूं जख्मी किया, कई आप मारे गए। गिरे बीर मारे हला हाल होए, परयो हेल घालियो मिट्यो न है कोई। कहते सूरबीर मर के डिग गए, हलचल मच गई। वैरिया ने पै के ऐसा हमला किया, पर गुरु के सिख जिहड़े ने कहते उन्हां विचों कोई भी ना पीछे हटिया ना कोई मरिया। गुरु जान लेने तजे प्राण सारे, लयो चांप गाडो त्रिखे तीर मारे। और गुरु साहब जी जान गए ने कि हुणे मरन वास्ते आए ने, ये सारे मरन वास्ते आए ने, कोई भी जान बचा के भज्जण लई तैयार नहीं। सतगुरु जी ने एक तिखा तीर लिया, पत्थे दे विचों कमान ते रखिया। बीते बृंद पैरे परे जाए भूम मैं, एको दोए तीजो हते कोए झूमै। तीर कमान दे विच रख के चलाया, ते जदों चलाया एक दे विचों लंघिया, दूजे चों लंघिया, तीजे चों लंघिया, चार चार पंज पंज दे विचों लंघ के खत्म करता है, जाके पंजवें छेवें नूं भी जख्मी करता है। पए टोले आगे रिपु साहम समाहाए, लला बेग देखै गुरु आप पाए। हुण गुरु जी दे सारे दल दे गुरु साहब जी आप जिहड़े अगे होए ने, ते जिहड़ा दुश्मन है लला बेग वो वेख रहा कि गुरु साहब जी आप मैदान में आए ने। चहों चित जहू भई बात सोई, अबै जंग मेरो गुरु संग होई। लला बेग वेख के एकदम खुश हो गया कि मैं जो कुछ चाहुंदा सा ये तो गुरु साहब जी ने मेरे मन की आस पूरी कर दी कि गुरु दे नाल मैं लड़ा, साडा आमने सामने जंग होए। गुरु साहब जी तो आप ही आ गए ने। भयो टोले आगे गुरु जो निहारे, तके तीर तिके धनु ऐंच मारे। जदों गुरु जी नूं दल दे अगे ने देखिया ने लला बेग ने, कहंदे ने धनोख दे विच रख रख के तिखे तीर जिहड़े ने गुरु साहब जी वाले पासे छड्डे। हैंग अंग बिधो लगे का वजाई, छुट्यो श्रोण बृंदं सो धारा चलाई। लला बेग ने आपने अपने साथियों नूं भी कहा कि गुरु साहब जी आ गए ने, सारे तीर इधर नूं मारो। जदों तीर छड्डदे ने सतगुरु जी घोड़े नूं चंचल करके सज्जे खब्बे करदे ने, पर बहुत सारे तीर जिहड़े ने सतगुरु जी दे घोड़े नूं लग गए। जिहड़ा दूजा घोड़ा बाद विच आया सी गुलबाग, जिंदा नाम गुरु साहब ने सुहेला रखे, इस घोड़े के उत्ते गुरु साहब जी हुण सवारी करते ने। सुहेला पिछो घाव लागे कनेरे, हृदय रोस जाग्यो गुरु के बडेरे। जदों सतगुरु जी ने देखा कि सुहेले नूं बहुत तीर वज गए ने, जख्मी हो गया है, धन गुरु हरगोबिंद साहब जी के अंदर फिर रोस जाग्या। जिन्हों अगर चोरे खतंग निकासे, कुदंदं संधाने बिखी के प्रकाशे। सतगुरु जी ने कहते फिर चौड़े चौड़े खपरे तीर सप वर्गे चमकते हुए धनोख दे चिले दे उत्ते चढ़ाए। करियो जोर घोरंग लग्यो दान हाथं, लला बेग सोहे तजो बेग साथं। फिर सतगुरु जी ने सारे जोर के नाल तीर नूं खिंच के कन्न तक ऐन निशाना बन के लला बेग दे वल बड़ी तेजी दे नाल छड्डिया है। चलियो क्रोध ते शूक बानंग महाना, उड्यो पंख धारे फनी के समाना। शूकदा होया तीर इन्नी तेज गया कि जिवें फनिया नाग जिहड़ा है उड़दा जांदा होवे।
ਲੱਗਿਓ ਭਾਲ ਮੈਂ ਤਤ ਕਾਲੰ ਪ੍ਰਵੇਸ਼ਾ, ਲੱਲਾ ਬੇਗ ਘੋਰਾ ਬਲੀ ਜੋ ਵਿਸ਼ੇਸ਼ਾ। ਇਹ ਨਿਸ਼ਾਨਾ ਗੁਰੂ ਸਾਹਿਬ ਜੀ ਨੇ ਲੱਲਾ ਬੇਗ ਦੇ ਘੋੜੇ 'ਤੇ ਬੰਨ੍ਹ ਕੇ ਮਾਰਿਆ, ਕਿਉਂਕਿ ਗੁਰੂ ਸਾਹਿਬ ਦੇ ਘੋੜੇ ਸਹੇਲੇ ਨੂੰ ਬੜੇ ਤੀਰ ਇਹਨੇ ਮਾਰ ਦਿੱਤੇ। ਇੱਕੋ ਹੀ ਤੀਰ ਗੁਰੂ ਸਾਹਿਬ ਨੇ ਮਾਰਿਆ, ਜਾ ਕੇ ਸਿੱਧਾ ਮੱਥੇ ਦੇ ਵਿੱਚ ਵੱਜਿਆ। ਕਨੋ ਦੇਨ ਮੋਲੰ ਚਲਾਕੰ ਬਡੇਰਾ, ਪਿਛਾਰੇ ਨਿਕਾਸਿਓ ਭਰਿਓ ਪਾਰ ਫੇਰਾ। ਤੁਰਕੀ ਘੋੜਾ ਸੀ, ਬੜਾ ਕੀਮਤੀ ਸੀ, 1.25 ਲੱਖ ਦਾ ਕੀਮਤ ਸੀ ਲਗਭਗ ਦੀ ਉਹਨਾਂ ਦਿਨਾਂ 'ਚ, ਕਿ ਇਸ ਘੋੜੇ ਦੇ ਮੱਥੇ ਦੇ ਵਿੱਚ ਗੁਰੂ ਸਾਹਿਬ ਨੇ ਤੀਰ ਮਾਰਿਆ, ਨਹੀਂ ਜ਼ੋਰ ਦੀ ਮਾਰਿਆ, ਮੱਥੇ 'ਚੋਂ ਮਾਰਿਆ, ਪਿਛਲੇ ਪਾਸਿਓਂ ਦੀ ਪਾਰ ਨਿਕਲ ਗਿਆ, ਵਿੱਚ ਰੁਕੀ ਨਹੀਂ। ਕੱਢਿਓ ਜਾਏ ਭੂਮ ਮੈਂ ਸੋ ਲਹੂ ਸੁਰੰਗਾ, ਗਿਰੋ ਸ਼ਿਗਰ ਘੋਰਾ ਸਜੈ ਜੀਣ ਚੰਗਾ। ਘੋੜੇ ਦੇ ਮੱਥੇ ਤੋਂ ਤੀਰ ਵੱਜਿਆ, ਪਿੱਛੋਂ ਦੀ ਨਿਕਲ ਕੇ ਜਾ ਕੇ ਧਰਤੀ 'ਚ ਗੱਡਿਆ ਗਿਆ, ਤੀਰ ਖੂਨ ਦੇ ਨਾਲ ਰੰਗਿਆ ਗਿਆ, ਤੇ ਘੋੜਾ ਬਸ ਇੱਕ ਪਲ ਦੇ ਵਿੱਚ ਧਰਤੀ 'ਤੇ ਟਿਕ ਗਿਆ। ਲੱਲਾ ਬੇਗ ਨੇ ਬੇਗ ਤੇ ਤਿਆਗ ਦੀਨਾ, ਮਹਾ ਕ੍ਰੋਧ ਤੇ ਤੀਰ ਤਿਆਗੇ ਪ੍ਰਬੀਨਾ। ਲੱਲਾ ਬੇਗ ਨੇ ਬੜੀ ਛੇਤੀ ਉਸ ਘੋੜੇ ਤੋਂ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ, ਥੱਲੇ ਹੀ ਨਾ ਜਾਵਾਂ। ਘੋੜਾ ਛੱਡ ਦਿੱਤਾ, ਆਪਣੇ ਆਪ ਨੂੰ ਸੰਭਾਲਿਆ, ਔਰ ਛੇਤੀ ਦੇ ਨਾਲ ਇਹਨੇ ਜਿਹੜੇ ਨੇ ਆਪਣੇ ਕਮਾਨ ਤੇ ਤੀਰ ਨੂੰ ਸੰਭਾਲਿਆ। ਸੁਹੇਲਾ ਅਮੋਲਾ ਤੱਕੇ ਤਾਹੇ ਮਾਰੈ, ਦਇਓ ਬੇ ਦੇ ਆਗੋ ਸਿਤਾਬੇ ਪ੍ਰਹਾਰੈ। ਲੱਲਾ ਬੇਗ ਹੁਣ ਸੁਹੇਲੇ ਘੋੜੇ ਦੇ ਨਿਸ਼ਾਨਾ ਬਣਦਾ, ਸੁਹੇਲੇ ਘੋੜੇ ਨੂੰ ਤੱਕ ਕੇ ਨਿਸ਼ਾਨਾ ਬਣ ਕੇ ਫਿਰ ਤੀਰ ਮਾਰਦਾ। ਛੇਤੀ ਦੇ ਨਾਲ ਇੱਕ ਤੋਂ ਬਾਅਦ ਇੱਕ ਤੀਰ ਮਾਰੇ। ਰਿਦੇ ਭਾਲ ਮੈਂ ਤੀਰ ਲਾਗੇ ਕਨੇਰੇ, ਗਿਰਿਓ ਜੰਗ ਖੇਤੰ ਹਤਿਓ ਤਾਹੇ ਬੇਰੇ। ਸਤਿਗੁਰੂ ਜੀ ਨੇ ਇੱਕੋ ਤੀਰ ਮਾਰਿਆ, ਲੱਲਾ ਬੇਗ ਦੇ ਘੋੜੇ ਨੂੰ ਪਾਰ ਬੁਲਾਤਾ, ਪਰ ਇਹਨੇ ਕਈ ਤੀਰ ਮਾਰੇ, ਕਈ ਤੀਰ ਮੱਥੇ 'ਚ ਵੱਜੇ, ਕਈ ਤੀਰ ਸੀ ਜਿਹੜੇ ਘੋੜੇ ਦੇ ਦਿਲ ਵਿੱਚ ਜਾ ਕੇ ਵੱਜੇ। ਸਤਿਗੁਰੂ ਜੀ ਦਾ ਸੁਹੇਲਾ ਘੋੜਾ ਜਿਹੜਾ ਸੀ ਮੈਦਾਨ ਦੇ ਵਿੱਚ ਡਿੱਗ ਗਿਆ, ਇਹ ਘੋੜਾ ਮਾਰਿਆ ਗਿਆ। ਬੜੇ ਭਾਗ ਜਾ ਕੇ ਗੁਰੂ ਅੰਗ ਸੰਗੇ, ਮਿਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਸੁਹੇਲੇ ਘੋੜੇ ਦੇ ਭਾਗ ਬੜੇ ਚੰਗੇ ਸਨ ਕਿ ਜਿਹੜਾ ਗੁਰੂ ਸਾਹਿਬ ਦੀ ਸਵਾਰੀ ਬਣਿਆ, ਗੁਰੂ ਜੀ ਦੇ ਅੰਗ ਸੰਗ ਰਿਹਾ। ਇਸ ਘੋੜੇ ਨੇ ਪ੍ਰਾਣ ਤਿਆਗੇ ਨੇ, ਵੱਡੇ ਭਾਗਾਂ ਵਾਲਾ ਘੋੜਾ ਹੈ ਕਿ ਜਦੋਂ ਮਰਿਆ, ਮਰ ਕੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗਿਆ। ਗਇਓ ਦੇਵ ਲੋਕੰ ਤਜੇ ਸ਼ੋਕ ਮੋਹੰ, ਨਹੀਂ ਫੇਰ ਫੇਰੇ ਜੰਗੰ ਬੀਚ ਹੋਹੰ। ਕਹਿੰਦੇ ਇਹ ਘੋੜਾ ਦੇਵ ਲੋਕ ਦੇ ਵਿੱਚ ਗਿਆ, ਪਰ ਘੋੜੇ ਨੂੰ ਜਿਵੇਂ ਕੋਈ ਦੁੱਖ ਨਹੀਂ ਸੀ। ਨਹੀਂ ਫੇਰ ਫੇਰੀ ਜਗੰਗ ਬੀਚ ਹੋਹੰ, ਇਸ ਘੋੜੇ ਦੀ ਮੁੜ ਕੇ ਫੇਰੀ ਫਿਰ ਸੰਸਾਰ ਦੇ ਵਿੱਚ ਨਹੀਂ ਹੋਈ, ਕਿਉਂਕਿ ਗੁਰੂ ਸਾਹਿਬ ਦੀ ਸਵਾਰੀ ਬਣਿਆ। ਤੇ ਕਵੀ ਸੰਤੋਖ ਸਿੰਘ ਲਿਖਦੇ, ਇਹ ਵੀ ਦੇਵਪੁਰੀ ਨੂੰ ਗਿਆ। ਬਿਦੇ ਚੰਦ ਸ਼ਿਗਰੰ ਕਹਿਓ ਹੋਏ ਨੇਰੇ, ਚੜੋ ਔਰ ਘੋਰੇ ਪ੍ਰਭੂ ਆਹੇ ਬੇਰੇ। ਬਿਦੇ ਚੰਦ ਇੱਕਦਮ ਛੇਤੀ ਨਾਲ ਗੁਰੂ ਸਾਹਿਬ ਦੇ ਨੇੜੇ ਹੋਇਆ। ਇੱਕ ਘੋੜਾ ਸਤਿਗੁਰੂ ਜੀ ਦੇ ਵੱਲ ਕੀਤਾ, ਸਤਿਗੁਰੂ ਜੀ ਛੇਤੀ ਨਾਲ ਇਸ ਦੂਸਰੇ ਘੋੜੇ 'ਤੇ ਸਵਾਰ ਹੋ ਜਾਓ। ਗੁਰੂ ਧਰਮ ਜੁਦੰ ਵਿਚਾਰਿਓ ਉਚਾਰੇ, ਖਰੋ ਅਗਰ ਬੈਰੇ ਹੈਂਗ ਤਾਹੇ ਮਾਰੇ। ਪਰ ਸਤਿਗੁਰੂ ਜੀ ਜਿੱਥੇ ਸੂਰਬੀਰ ਯੋਧੇ ਨੇ, ਜਿੱਥੇ ਜੰਗ ਦੀ ਨੀਤੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉੱਥੇ ਧਰਮ ਯੁੱਧ ਵੀ ਜਾਣਦੇ ਨੇ ਕਿ ਇਹ ਜੰਗ ਦਾ ਧਰਮ ਨਹੀਂ ਕਿ ਦੁਸ਼ਮਣ ਜਿਹੜਾ ਉਹਦਾ ਘੋੜਾ ਮਾਰਿਆ ਗਿਆ ਉਹ ਧਰਤੀ 'ਤੇ ਖੜਾ ਹੈ ਅਤੇ ਮੈਂ ਘੋੜੇ 'ਤੇ ਚੜ੍ਹ ਜਾਵਾਂ। ਨਹੀਂ ਔਰ ਲੀਨੋ ਪ੍ਰਿਥਵੀ 'ਚ ਠਾਂਡੋ, ਇਹ ਸਮੁਖੰ ਜੰਗ ਕੋ ਚਾਵ ਬਾਡੋ। ਸਤਿਗੁਰੂ ਜੀ ਨੇ ਦੂਸਰਾ ਘੋੜਾ ਨਹੀਂ ਲਿਆ, ਬਿਧੀ ਚੰਦ ਨਹੀਂ। ਲੱਲਾ ਬੇਗ ਦਾ ਘੋੜਾ ਮਾਰਿਆ ਗਿਆ, ਉਹ ਧਰਤੀ 'ਤੇ ਖੜਾ ਅਤੇ ਅਸੀਂ ਥੱਲੇ ਖਲੋ ਕੇ ਜੰਗ ਕਰਾਂਗੇ। ਔਰ ਬੜੇ ਚਾਅ ਦੇ ਨਾਲ ਗੁਰੂ ਸਾਹਿਬ ਜੀ ਜੰਗ ਕਰਦੇ ਨੇ। ਤਥਾ ਜਾਨ ਮੋਹੀ ਅਰੂੜੈ ਨਾ ਘੂਰੈ, ਅਬੈ ਜੰਗ ਖਗੰ ਕਰੈ ਭੇਰ ਘੂਰੈ। ਕਿ ਵੀ ਜਿਵੇਂ ਉਹ ਧਰਤੀ 'ਤੇ ਖੜਾ, ਗੁਰੂ ਸਾਹਿਬ ਜੀ ਹੁਣ ਧਰਤੀ 'ਤੇ ਖਲੋ ਕੇ ਜੰਗ ਕਰਨਾ ਚਾਹੁੰਦੇ ਨੇ। ਔਰ ਇਹਨੇ ਵੀ ਸਾਹਮਣੇ ਦੇਖ ਲਿਆ, ਲੱਲਾ ਬੇਗ ਨੇ, ਗੁਰੂ ਸਾਹਿਬ ਨੇ ਘੋੜਾ ਨਹੀਂ ਲਿਆ।
ਇਹ ਵੀ ਹੁਣ ਚਾਹੁੰਦਾ ਕਿ ਮੈਂ ਨੇੜੇ ਹੋ ਕੇ ਭਿਆਨਕ ਜੰਗ ਕਰਾਂ। ਕਹਿਓ ਬਾ ਕੇ ਐਸੋ ਭਏ ਫੇਰ ਸੋਹੰ, ਕਰਾ ਚੋਲ ਐਂਚਿਓ ਕਰੀ ਬੰਕ ਪੋਹੰ। ਲੱਲਾ ਬੇਗ ਨੇ ਵੀ ਦੂਰੋਂ ਲਲਕਾਰਾ ਮਾਰਿਆ ਕਿ ਹੁਣ ਥੱਲੇ ਖਲੋ ਕੇ ਜੰਗ ਕਰਿਓ, ਹੁਣ ਤੁਹਾਡਾ ਤੇ ਮੇਰਾ ਜੰਗ ਹੋਏਗਾ। ਇਹ ਕਹਿ ਕੇ ਤਲਵਾਰ ਖਿੱਚ ਕੇ ਬੜੇ ਗੁੱਸੇ ਦੇ ਨਾਲ ਪਰਬੱਟੇ ਅੱਖਾਂ ਦੇ ਇਹਨੇ ਮੱਥੇ ਦੇ ਨਾਲ ਨਾਲੇ 7 ਵੱਟ ਮੱਥੇ ਤੇ ਪਾਏ। ਇਹ ਗੁੱਸੇ ਦੇ ਨਾਲ ਅੱਗੇ ਨੂੰ ਆਇਆ ਹੈ। ਲੱਲਾ ਬੇਗ ਕੇ ਅਗਰੇ ਆਇਓ ਪਠਾਨਾ, ਮਹਾਕੋਪ ਤੇ ਸੰਗ ਤਾਕੇ ਬਖਾਨਾ। ਲੱਲਾ ਬੇਗ ਦੇ ਅਗਲੇ ਪਾਸੇ ਇੱਕ ਪਠਾਨ ਆ ਗਿਆ ਕਿ ਮੈਂ ਅੱਗੇ ਹੋ ਕੇ ਲੜਨਾ। ਲੱਲਾ ਬੇਗ ਨੇ ਬੜੇ ਗੁੱਸੇ ਵਿੱਚ ਆ ਕੇ ਉਸ ਪਠਾਨ ਨੂੰ ਕਿਹਾ, ਗੁਰੂ ਔਰ ਮੇਰੋ ਨਾ ਬੀਚੰਗ ਤਪਰਿਜੈ, ਟਰੋ ਆਨ ਥਾਨ ਮਰੀਜੈ ਕੇ ਜੀਜੈ। ਇਸ ਪਠਾਨ ਨੂੰ ਧੱਕਾ ਦੇ ਕੇ ਕਹਿੰਦਾ ਪਰਾ ਹਟ ਜਾ, ਗੁਰੂ ਤੇ ਮੇਰੇ ਦੇ ਵਿੱਚ ਹੁਣ ਕੋਈ ਨਾ ਆਵੇ, ਪਰਾ ਜਾ ਕੇ ਕਿਤੇ ਲੜ ਮਰ ਜਾ, ਜੀ ਜੋ ਮਰਜ਼ੀ ਕਰ, ਪਰ ਗੁਰੂ ਸਾਹਿਬ ਦੇ ਤੇ ਮੇਰੇ ਵਿੱਚ ਨਾ ਆਈ। ਇਨੋ ਸੰਗ ਜੰਗੰ ਕਰੋ ਆਪੇ ਆਛਾ, ਮਰੋ ਕੈ ਸੰਘਾਰੋ ਨਹੀਂ ਆਣ ਬਾਂਛਾ। ਇਹ ਲੱਲਾ ਬੇਗ ਕਹਿੰਦਾ ਕਿ ਇਹਨਾਂ ਦੇ ਨਾਲ ਜੰਗ ਹੁਣ ਮੈਂ ਹੀ ਕਰਾਂਗਾ, ਕਿ ਇਹਨਾਂ ਨੂੰ ਮਾਰਾਂਗਾ ਜਾਂ ਮਰ ਜਾਵਾਂਗਾ, ਮੇਰੀ ਹੁਣ ਦੂਜੀ ਕੋਈ ਚਾਹਤ ਹੀ ਨਹੀਂ, ਬਸ ਹੁਣ ਜਾਂ ਮਰਨਾ ਜਾਂ ਮਾਰਨਾ ਹੈ। ਕਿਦੋਂ ਸ਼ਾਹੋਂ ਕੇ ਬਾਜ ਲੈ ਕੇ ਚਲਾਂਗੇ, ਕਿਦੋਂ ਪ੍ਰਾਣ ਦਾ ਸੰਗ ਧੂਲੀ ਮਿਲਾਂਗੇ। ਲੱਲਾ ਬੇਗ ਕਹਿੰਦਾ ਜਾਂ ਤੇ ਬਾਦਸ਼ਾਹ ਦੇ ਘੋੜੇ ਲੈ ਕੇ ਜਾਵਾਂਗੇ ਤੇ ਜਾਂ ਮਰ ਕੇ ਧਰਤੀ ਵਿੱਚ ਮਿਲ ਜਾਵਾਂਗੇ। ਪਰ ਮੂਰਖ ਨੂੰ ਇਹ ਨਹੀਂ ਪਤਾ ਕਿ ਘੋੜਾ ਤੂੰ ਆਪ ਹੀ ਮਾਰ ਦਿੱਤਾ ਹੈ, ਤੇ ਦੂਜੀ ਗੱਲ ਤੂੰ ਇੱਥੋਂ ਬਚੇਂਗਾ ਤੇ ਘੋੜਾ ਲੈ ਕੇ ਜਾਏਗਾ ਨਾ। ਪਰ ਇਹ ਆਇਆ ਹੋਇਆ ਜੋਸ਼ ਵਿੱਚ ਕਹਿੰਦਾ ਬਾਦਸ਼ਾਹ ਦੇ ਘੋੜੇ ਲੈ ਕੇ ਜਾਵਾਂਗੇ ਜਾਂ ਮਰ ਕੇ ਮਿੱਟੀ 'ਚ ਮਿਲੇ ਜਾਵਾਂਗੇ। ਖਰੋ ਦੂਰ ਹੈ ਵਕੈ ਤਮਾਸ਼ੋ ਪਖੀਜੈ, ਕਿਦੂ ਔਰ ਜੋ ਦਾਨ ਸੋ ਜੁੱਧ ਕੀਜੈ। ਇਹ ਲੱਲਾ ਬੇਗ ਪਠਾਨ ਨੂੰ ਕਹਿੰਦਾ ਦੂਰ ਹੋ ਕੇ ਹੁਣ ਤਮਾਸ਼ਾ ਵੇਖ, ਜਾਂ ਬੜੇ ਸੂਰਮੇ ਨੇ ਪਰਾ ਜਾ ਕੇ ਕਿਤੇ ਜੰਗ ਲੜ। ਤਿਸੇ ਰੇਤ ਸਾਰੇ ਗੁਰੂ ਜੀ ਹਟਾਏ, ਮਚਿਓ ਧੁੰਦ ਜੁੰਦੰ ਕਿਰਪਾਨੰ ਚਲਾਏ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਰੇ ਨੂੰ ਹਟਾ ਦਿੱਤਾ। ਭਾਈ ਸਿੱਖੋ ਹੁਣ ਜੰਗ ਰੋਕ ਦਿਓ। ਹੁਣ ਇੱਥੇ ਦਵੰਦ ਜੋ ਕਿ ਕਹਿੰਦੇ ਨੇ ਕਿ ਦੋਵਾਂ ਸੈਨਾਪਤੀਆਂ ਦਾ ਜੰਗ ਚੱਲੇਗਾ, ਬਾਕੀ ਦੇਖੋ ਦੋਵਾਂ ਪਾਸੇ ਤੇ ਜਿਹੜੇ ਸੈਨਿਕ ਨੇ ਉਹ ਹੁਣ ਰੁਕ ਗਏ ਨੇ, ਮੈਦਾਨ ਦੇ ਵਿੱਚ ਖਲੋ ਕੇ ਜੰਗ ਵੇਖਦੇ ਨੇ। ਕਬੈ ਨੇਰ ਢੁਕੈ ਕਬੈ ਦੂਰ ਹੋਵੈ, ਤੂੰ ਵੀਰ ਬਾਂਕੇ ਹਤੈ ਘਾਤ ਜੁਵੈ। ਕਦੇ ਨੇੜੇ ਹੁੰਦੇ ਨੇ, ਕਦੇ ਪੈਤਰਾ ਲੈ ਕੇ ਦੂਰ ਹੋ ਜਾਂਦੇ ਨੇ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੁਣ ਮੈਦਾਨ ਦੇ ਵਿੱਚ ਦੋਵੇਂ ਸੂਰਮੇ ਨੇ। ਲੱਲਾ ਬੇਗ ਭਾਵੇਂ ਡਰਿਆ ਹੋਇਆ, ਭਾਵੇਂ ਹਾਰ ਮੰਨ ਗਿਆ, ਪਰ ਇਹਨੂੰ ਸੂਰਮਤਾ ਹੀ ਕਹੀ ਜਾ ਸਕਦੀ ਹੈ ਕਿ ਪਤਾ ਸਾਹਮਣੇ ਮੌਤ ਹੈ, ਕਿ ਹੁਣ ਮਰਨਾ ਹੀ ਮਰਨਾ, ਪਰ ਮੌਤ ਤੋਂ ਨਹੀਂ ਡਰਿਆ, ਫਿਰ ਵੀ ਜੰਗ 'ਚ ਆਇਆ। ਦੋਵੇਂ ਸੂਰਮੇ ਨੇ, ਇੱਕ ਦੂਜੇ ਦੇ ਕਦੇ ਨੇੜੇ ਹੁੰਦੇ ਨੇ, ਕਦੇ ਦੂਰ ਹੁੰਦੇ ਨੇ। ਦੋਹੋਂ ਕੀਰਤੀ ਚਾਹੈ ਚੁੰਪੇ ਜੁਝਾਰੇ, ਦੋਹੋਂ ਸੈਨ ਕੈ ਸੂਰ ਸੁਆਮੀ ਉਧਾਰੇ। ਦੋਵੇਂ ਹੁਣ ਸੈਨਾ ਦੇ ਸੈਨਾਪਤੀ ਨੇ, ਮਾਲਕ ਨੇ। ਦੋਵੇਂ ਚਾਹੁੰਦੇ ਨੇ ਸੰਸਾਰ ਵਿੱਚ ਸਾਡੀ ਕੀਰਤੀ ਹੋਵੇ। ਬੀਜੈ ਬਾਂਸ਼ ਦੋ ਰਸੰਗ ਬੀਰ ਭਿੰਨੇ, ਦੋਹੋਂ ਸ਼ਸਤਰ ਵਿਦਿਆ ਕਮਾਈ ਪ੍ਰਬੀਨੇ। ਸ਼ਸਤਰ ਦੇ ਵਿੱਚ ਕਮਾਈ ਦੋਵਾਂ ਨੇ ਕੀਤੀ, ਬੜੇ ਪ੍ਰਬੀਨ ਨੇ। ਔਰ ਦੇਖੋ ਭਾਵੇਂ ਲੱਲਾ ਬੇਗ ਨੂੰ ਪਤਾ ਹਾਰ ਹੋ ਜਾਣੀ ਹੈ, ਪਰ ਬੰਦਾ ਚਾਹੁੰਦਾ ਤੇ ਨਹੀਂ ਨਾ ਮੈਂ ਹਾਰ ਹੀ ਜਾਵਾਂ। ਦੋਵੇਂ ਜਿੱਤਣਾ ਚਾਹੁੰਦੇ ਨੇ। ਦੋ ਜੁੱਧ ਜੈਤਾ ਕਣੇ ਜੰਗ ਕੀਨੇ, ਹਯੰਗਹੀਨ ਦੋਨੋਂ ਰਣੰਗ ਧਰਮ ਚੀਨੇ। ਦੋਵੇਂ ਜਿਹੜੇ ਸੈਨਾਪਤੀ ਨੇ ਜੰਗ ਦੇ ਜੇਤੂ ਨੇ। ਲੱਲਾ ਬੇਗ ਨੇ ਵੀ ਕਈ ਜੰਗ ਜਿੱਤੇ ਨੇ। ਗੁਰੂ ਸਾਹਿਬ ਜੀ ਨੇ ਇਸ ਤੋਂ ਪਹਿਲਾਂ 2 ਜੰਗ ਜਿੱਤੇ ਨੇ, ਤੀਸਰਾ ਅੱਜ ਜਿੱਤਣਾ ਹੈ। ਦੋਵੇਂ ਜੰਗ ਦੇ ਜੇਤੂ ਨੇ। ਦੋਵੇਂ ਘੋੜਿਆਂ ਤੋਂ ਬਿਨਾਂ ਧਰਤੀ 'ਤੇ ਖੜੇ ਨੇ। ਦੋ ਦਾਵ ਤਾਕੇ ਅਰੇ ਆਪ ਮਾਹੀ, ਮਨੋ ਸ਼ੇਰ ਦੋਨੋਂ ਮਿਟੇ ਪਾਏ ਨਾਹੀ। ਦੋਵੇਂ ਦਾ ਤੱਕਦੇ ਨੇ ਇੱਕ ਦੂਜੇ ਨੂੰ ਮਾਰਨ ਨੂੰ, ਜਿਵੇਂ ਦੋਵੇਂ ਸ਼ੇਰ ਨੇ। ਰੂਪੇ ਵੀਰ ਦੋਨੋਂ ਗਜੰਗ ਰਾਜ ਭਾਰੇ, ਬੜੇ ਦੰਤ ਧਾਰੇ ਮਹਾਸ਼ੁਭ ਵਾਰੇ। ਇੱਥੇ ਕਵੀ ਸੰਤੋਖ ਸਿੰਘ ਜੀ ਆਪਣੇ ਵੱਲੋਂ ਤੁਲਨਾ ਦਿੰਦੇ ਨੇ ਕਿ ਦੋਵੇਂ ਸੂਰਬੀਰ ਯੋਧੇ ਨੇ, ਕਿ ਜਿਵੇਂ ਬੜੇ ਬਲ ਵਾਲੇ ਦੋਵੇਂ ਹਾਥੀ ਹੋਣ।
ਦੋਹੋਂ ਢਾਲ ਢੋਏ ਟਕਾ ਢੂਕ ਕੀਨੀ, ਦੋਹੋਂ ਖੱਗ ਧਾਰੇ ਮਤੇ ਕੋਪ ਪਿੰਨੇ। ਦੋਵਾਂ ਨੇ ਢਾਲਾਂ ਫੜੀਆਂ ਨੇ, ਦੋਵਾਂ ਨੇ ਹੱਥਾਂ ਵਿੱਚ ਕਿਰਪਾਨਾਂ ਫੜੀਆਂ ਨੇ। ਲੱਲਾ ਬੇਗ ਧਾਇਓ ਕਰਾ ਚੋਲ ਮਾਰਾ, ਗੁਰੂ ਢਾਲ ਪੈ ਲੇਨ ਓਜੰਗ ਸੰਭਾਰਾ। ਲੱਲਾ ਬੇਗ ਧਾ ਕੇ ਆਇਆ ਹੈ, ਆ ਕੇ ਸਤਿਗੁਰੂ ਜੀ ਦੇ ਕਿਰਪਾਨ ਨਾਲ ਵਾਰ ਕੀਤਾ। ਗੁਰੂ ਸਾਹਿਬ ਨੇ ਢਾਲ ਅੱਗੇ ਕਰ ਦਿੱਤੀ। ਔਰ ਆਪ ਜੀ ਪਿੱਛੇ ਸਰਵਣ ਕਰਕੇ ਆਏ, ਗੁਰੂ ਸਾਹਿਬ ਦੀ ਢਾਲ ਨੂੰ 5 ਸੇਰ ਦਾ ਅੱਗੇ ਫੁੱਲ ਸੀ, 5 ਸੇਰ ਦਾ, ਅੱਜ ਦੇ 6-7 ਕਿਲੋ। ਕੱਲਾ ਅੱਗੇ ਢਾਲ ਦੇ ਅੱਗੇ ਫੁੱਲ ਹੀ ਸੀ। ਅੱਗੇ ਕੀਤਾ ਵਾਰ, ਢਾਲ ਦੇ ਉੱਤੇ ਰੋਕ ਲਿਆ। ਕਹਿਓ ਵਾਰ ਔਰੰਗ ਕਰੋ ਘਾਤ ਪੈ ਕੈ, ਪਿਛਾਰੇ ਬਸੂਰੈ ਗਿਰੈ ਮਿੱਤਰ ਹੈਵ ਕੈ। ਸਤਿਗੁਰੂ ਕਹਿੰਦੇ ਨੇ ਲੱਲਾ ਬੇਗ ਹੋਰ ਵਾਰ ਕਰ ਲੈ, ਚੰਗੀ ਤਰ੍ਹਾਂ ਦਾ ਲਾ ਕੇ ਵਾਰ ਕਰ, ਕਿਉਂਕਿ ਜਦੋਂ ਅਸੀਂ ਵਾਰ ਕਰ ਦਿੱਤਾ ਫਿਰ ਤੂੰ ਮਾਰਿਆ ਜਾਣਾ, ਪਛਤਾਉਂਦਾ ਰਹਿਣਾ। ਕਿਤੇ ਇਹ ਨਾ ਹੋਵੇ ਕਿ ਮਰਨ ਤੋਂ ਪਹਿਲਾਂ ਤੇਰੀ ਚਾਹਤ ਰਹਿ ਜੇ ਮੈਂ ਵਾਰ ਹੀ ਨਹੀਂ ਕਰ ਸਕਿਆ। ਦਲੇਰੇ ਗੁਰੂ ਕੇ ਮਹਾਨੇ ਪਛਾਨੇ, ਕਰੈ ਵਾਰ ਤੇ ਵਾਰ ਕੋ ਖੱਗ ਪਾਨੀ। ਔਰ ਲੱਲਾ ਬੇਗ ਨੇ ਗੁਰੂ ਸਾਹਿਬ ਦੀ ਦਲੇਰੀ ਤੇ ਪਛਾਣ ਹੀ ਲਈ ਕਿ ਦੁਸ਼ਮਣ ਕਿਹੜਾ ਹੈ ਜਿਹੜਾ ਵਾਰ ਕਰਨ ਦਾ ਮੌਕਾ ਦੇਵੇ। ਗੁਰੂ ਸਾਹਿਬ ਜੀ ਕਹਿੰਦੇ ਤੂੰ ਵਾਰ ਕਰ। ਉਰੇ ਲੱਲਾ ਬੇਗ ਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ। ਪੁਨੰਗ ਸ਼ਿਖਰ ਸਾਥੰ ਕਰਿਓ ਨੇਰੇ ਆਇਓ, ਚਾਹਿਓ ਮਾਰਬੇ ਹਾਥ ਉੱਚੋ ਉਠਾਇਓ। ਕਹਿੰਦੇ ਫਿਰ ਛੇਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਨੇੜੇ ਆਇਆ, ਹੱਥ ਉੱਚਾ ਕਰਕੇ ਇਹ ਮਾਰਨਾ ਚਾਹੁੰਦਾ ਸੀ। ਕਰੇ ਢਾਲ ਸੋਹੰ ਨਿਰਭੈ ਹੋਏ ਆਗੇ, ਗੁਰੂ ਜੀ ਚਲਾਇਓ ਹਿਰਦੈ ਕੋ ਪਜਾਗੇ। ਸਤਿਗੁਰੂ ਨਿਰਭੈ ਨੇ, ਉਹਨਾਂ ਨੇ ਫਿਰ ਅੱਗੇ ਢਾਲ ਕੀਤੀ, ਵਾਰ ਨੂੰ ਰੋਕਿਆ। ਹੁਣ ਸਤਿਗੁਰੂ ਜੀ ਜਿਹੜਾ ਵਾਰ ਕਰਨਾ ਚਾਹੁੰਦੇ ਨੇ। ਲੱਲਾ ਬੇਗ ਨੇ ਆਪ ਨਾਹੀ ਪ੍ਰਹਾਰਿਓ, ਗੁਰੂ ਵਾਰ ਤੇ ਅੰਗ ਸਾਰੋ ਉਬਾਰਿਓ। ਲੱਲਾ ਬੇਗ ਨੇ ਵਾਰ ਕੀਤਾ ਤੇ ਗੁਰੂ ਸਾਹਿਬ ਜੀ ਦੇ ਵਾਰ ਤੋਂ ਆਪਣੇ ਸਰੀਰ ਨੂੰ ਬਚਾਇਆ ਵੀ। ਕਰੇ ਛਾਲ ਸ਼ਿਗਰੈ ਇਤੇ ਉਤ ਹੋਇਓ, ਪਹੁੰਚੇ ਗੁਰੂ ਜੀ ਗਇਓ ਦੂਰ ਜੋਇਓ। ਕਹਿੰਦੇ ਵਾਰ ਕੀਤੀ, ਛੇਤੀ ਦੇ ਨਾਲ ਨੇੜੇ ਹੋਇਆ, ਫਿਰ ਦੂਰ ਹੋਏ। ਹੁਣ ਸਤਿਗੁਰੂ ਜੀ ਨੇੜੇ ਹੋਏ, ਲੱਲਾ ਬੇਗ ਦੂਰ ਹੋ ਗਿਆ। ਖਰੋ ਹੋ ਗਿੱਦੇ ਕਹਾਂ ਜਾਣ ਪਾਵੈ, ਦੀਜੈ ਵਾਰ ਮੇਰੋ ਕਹਾਂ ਨੂੰ ਬਚਾਵੈ। ਲੱਲਾ ਬੇਗ ਜਦੋਂ ਪਿੱਛੇ ਨੂੰ ਹੋਇਆ, ਸਤਿਗੁਰੂ ਜੀ ਕਹਿੰਦੇ ਗਿੱਦੜਾ ਹੁਣ ਖਲੋ ਤੇ ਜਾ, ਕਿੰਨੇ ਵਾਰ ਕਰ ਲਏ, ਇੱਕ ਦਾ ਵਾਰ ਮੇਰਾ ਲੈ ਤੇ ਜਾ, ਹੁਣ ਤੱਕ ਤੇ ਤੈਨੂੰ ਮੌਕਾ ਦਿੱਤਾ ਸੀ। ਸਣੇ ਬੈ ਸੁਣੇ ਬੈਣ ਕੋਪਿਓ, ਲੱਲਾ ਬੇਗ ਬੇਰੰਗ ਥਿਰਿਓ ਫੇਰ ਐਸੇ ਹਿਰਦੇ ਧਾਰ ਧੀਰੰਗ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਗਿੱਦੜਾ ਭੱਜ ਕੇ ਕਿੱਥੇ ਚੱਲਿਆ, ਰੁਕ। ਲੱਲਾ ਬੇਗ ਇੱਕਦਮ ਗੁੱਸੇ ਦੇ ਵਿੱਚ ਆਇਆ, ਉੱਥੇ ਖਲੋ ਗਿਆ। ਪਇਓ ਸਾਹਮਣੇ ਜਿਉਂ ਵਿਖੇ ਹੋਏ ਭਾਰੋ, ਦੱਬੈ ਪੂਛ ਤੇ ਕਾਟਬੇ ਕੋ ਪਧਾਰੋ। ਕਹਿੰਦੇ ਉੱਥੇ ਸਾਹਮਣੇ ਜਾ ਕੇ ਰੁਕਿਆ, ਇਵੇਂ ਰੁਕਿਆ ਜਿਵੇਂ ਨਾਗ ਦੀ ਪੂਛ ਤੇ ਕਿਸੇ ਨੇ ਪੈਰ ਰੱਖ ਦਿੱਤਾ ਹੋਏ ਨਾ, ਤੇ ਪਿੱਛੇ ਨੂੰ ਆ ਕੇ ਕੱਟਣਾ ਚਾਹੁੰਦਾ ਹੋਵੇ। ਗੁਰੂ ਸਾਹਿਬ ਦੇ ਬੋਲ ਨੂੰ ਇਵੇਂ ਲੱਗੇ ਜਿਵੇਂ ਨਾਗ ਦੀ ਪੂਛ ਤੇ ਪੈਰ ਰੱਖ ਦਿੱਤਾ ਹੈ। ਪ੍ਰਹਾਰੇ ਕਿਰਪਾਨੈ ਕਈ ਵਾਰ ਕੀਨੇ, ਤਥਾ ਸ਼ਿਗਰ ਧਾਰੇ ਗੁਰੂ ਊਟ ਲੈਨੇ। ਗੁੱਸੇ ਵਿੱਚ ਆ ਕੇ ਇਹਨੇ ਫਿਰ ਵਾਰ ਕੀਤਾ, ਇੱਕ ਤੋਂ ਬਾਅਦ ਇੱਕ, 2-3 ਵਾਰ ਹੋਰ ਕਰ ਦਿੱਤੇ। ਗੁਰੂ ਸਾਹਿਬ ਜੀ ਨੇ ਸਾਰੇ ਵਾਰ ਰੋਕੇ। ਧਰੇ ਹਾਥ ਬਾਮੇ ਬੜੇ ਢਾਲ ਭਾਰੇ, ਦੁੱਤੇ ਹਾਥ ਮਾਹੇ ਕਿਰਪਾਨੰ ਸੰਭਾਰੇ। ਗੁਰੂ ਸਾਹਿਬ ਜੀ ਨੇ ਖੱਬੇ ਹੱਥ 'ਚ ਭਾਰੀ ਢਾਲ ਫੜੀ, ਸੱਜੇ 'ਚ ਕਿਰਪਾਨ ਫੜੀ ਹੈ। ਤਰੇ ਵਾਰ ਤਾਕਿਓ ਪ੍ਰਹਾਰੇ ਸਮਾਨਾ, ਕਰੀ ਓਟ ਤਾਹੂੰ ਲੱਲਾ ਬੇਗ ਜਾਨਾ। ਸਤਿਗੁਰੂ ਜੀ ਨੇ ਕਿਰਪਾਨ ਫੜੀ ਤੇ ਥੱਲੇ ਨੂੰ ਦੇਖਦੇ ਨੇ ਜਿਵੇਂ ਪੈਰਾਂ ਵਾਲੇ ਪਾਸੇ ਵਾਰ ਕਰਨਾ ਹੋਏ। ਔਰ ਲੱਲਾ ਬੇਗ ਨੇ ਦੇਖ ਲਿਆ ਕਿ ਵਾਰ ਗੁਰੂ ਸਾਹਿਬ ਜੀ ਹੁਣ ਪੈਰਾਂ ਦਾ ਦਾ ਲਾਉਂਦੇ ਨੇ, ਇਹ ਮੇਰੇ ਪੈਰ ਵੱਢਣਗੇ। ਤਰੇ ਦਾਵ ਕੋ ਮੈਂ ਬਚਾਵੂ ਚਾਹੰਤਾ, ਕਰੇ ਢਾਲੇ ਆਗੇ ਸੋ ਪੈਰੰਗ ਰੂਪੰਤਾ। ਇਹ ਸੋਚਦਾ ਕਿ ਮੈਂ ਆਪਣੇ ਪੈਰਾਂ ਨੂੰ ਬਚਾਵਾਂ, ਪੈਰਾਂ ਨੂੰ ਬਚਾਉਲੇ ਨੇ ਢਾਲ ਥੱਲੇ ਕੀਤੀ, ਸਿਰ ਥੱਲੇ ਨੂੰ ਹੋਇਆ। ਗੁਰੂ ਸ਼ਿਖਰ ਤੇ ਹਾਥ ਉੱਚੇ ਉਭਾਰਾ, ਕਰਾ ਚੋਲ ਬਾਹਿਓ ਲਾਗੀ ਜਾਏ ਧਾਰਾ। ਸਤਿਗੁਰੂ ਜੀ ਨੇ ਛੇਤੀ ਦੇ ਨਾਲ ਜਿਹੜਾ ਵਾਰ ਥੱਲੇ ਨੂੰ ਕਰਨਾ ਸੀ, ਹੱਥ ਨੂੰ ਘੁਮਾਇਆ ਇਸ ਢੰਗ ਨਾਲ ਕਿ ਹੱਥ ਉਤਲੇ ਪਾਸੇ ਆਇਆ, ਵਾਰ ਜ਼ੋਰ ਦੇ ਨਾਲ ਕੀਤਾ।
बही कंठ में पार पी रीत ऐसे, करे काट सा बूण को तार जैसे। ਧੌਣ ਦੇ ਉੱਤੇ ਵਾਰ ਐਸਾ ਕੀਤਾ ਕਿ ਧੌਣ ਦੇ ਵਿੱਚੋਂ ਦੀ ਤਲਵਾਰ ਇਵੇਂ ਫਿਰ ਗਈ ਜਿਵੇਂ ਗਿੱਲੇ ਸਾਬਣ ਦੇ ਵਿੱਚੋਂ ਪਤਲੀ ਬਰੀਕ ਤਾਰ ਫਿਰਦੀ ਹੈ। ਪਤਾ ਹੀ ਨਹੀਂ ਲੱਗਿਆ ਕਦੋਂ ਕੁ ਆਰ ਪਾਰ ਹੋ ਗਈ। ਗਿਰਿਓ ਸੀਸ ਸਿਗਰੰ ਰਹੇ ਨੈਣ ਬਾਇਓ, ਮੰਨੋ ਸ਼੍ਰੀ ਫਲ ਬਾਇਓ ਸ਼ਾਖਾ ਗਿਰਾਇਓ। ਕਹਿੰਦੇ ਛੇਤੀ ਦੇ ਨਾਲ ਇਹਦਾ ਗੰਜਾ ਸਿਰ ਸੀ ਜਿਹੜਾ ਧੜ ਤੋਂ ਥੱਲੇ ਡਿੱਗ ਗਿਆ ਕਿ ਜਿਵੇਂ ਨਾਰੀਅਲ ਦੇ ਫਲ ਨੂੰ ਹਵਾ ਨੇ ਟਾਹਣੀ ਨਾਲੋਂ ਤੋੜ ਦਿੱਤਾ ਹੋਏ। ਬਿਨਾ ਮੂੰਡ ਤੇ ਰੁੰਡ ਭੂ ਮੈਂ ਪਰਿਓ ਹੈ, ਤਰੁ ਮੂਲ ਛਿਨ ਮਨੋ ਸੋ ਗਿਰਿਓ ਹੈ। ਕਹਿੰਦੇ ਧੜ ਤੋਂ ਬਿਨਾਂ ਕੱਲਾ ਸਿਰ ਧਰਤੀ 'ਤੇ ਇੰਜ ਡਿੱਗਿਆ ਪਿਆ ਹੈ ਕਿ ਜਿਵੇਂ ਦਰਖਤ ਧਰਤੀ 'ਤੇ ਆ ਕੇ ਦਰਖਤ ਦਾ ਕੋਈ ਫਲ ਡਿੱਗ ਗਿਆ ਹੋਏ। ਦੋਹਰਾ ਰਹਿਓ ਬਚਾਵਤ ਤਰੇ ਕੋ, ਉਪਰ ਭਇਓ ਪ੍ਰਹਾਰ। ਪ੍ਰਾਣ ਤਿਆਗ ਗਮਨਿਓ ਭਿਸ਼ਤ, ਸਤਿਗੁਰ ਅਗਰ ਨਿਹਾਰ। ਕਹਿੰਦੇ ਆਪਣੇ ਆਪ ਨੂੰ ਹੇਠੇ ਪਾਸੋਂ ਬਚਾਉਂਦਾ ਰਿਹਾ, ਪਰ ਗੁਰੂ ਸਾਹਿਬ ਜੀ ਨੇ ਵਾਰ ਕੀਤਾ, ਇਹਦੀ ਧੌਣ ਵੱਢ ਦਿੱਤੀ। ਪਰ ਕਿਉਂਕਿ ਗੁਰੂ ਸਾਹਿਬ ਦੇ ਹੱਥਾਂ ਤੋਂ ਮਰਿਆ ਹੈ, ਇਸ ਕਰਕੇ ਕਵੀ ਸੰਤੋਖ ਸਿੰਘ ਲਿਖਦੇ ਨੇ, ਪ੍ਰਾਣ ਤਿਆਗ ਗਮਨਿਓ ਭਿਸ਼ਤ। ਇਹ ਗਿਆਤ ਬਕੁੰਠ ਨੂੰ ਹੈ, ਕਿਉਂਕਿ ਅਗਰ ਸਤਿਗੁਰ ਅਗਰ ਨਿਹਾਰ ਗੁਰੂ ਸਾਹਿਬ ਦੇ ਸਾਹਮਣੇ ਦਰਸ਼ਨ ਕਰਦਾ ਹੋਇਆ ਮਰਿਆ ਹੈ। ਭਾਵੇਂ ਵਾਰ ਹੀ ਕਰਦਾ ਸੀ, ਗੁਰੂ ਸਾਹਿਬ ਦੇ ਹੱਥੋਂ ਮਰਿਆ, ਗੁਰੂ ਸਾਹਿਬ ਨੂੰ ਵੇਖਦਿਆਂ ਮਰਿਆ। ਇਸ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਇਆ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਵੀ ਖਤਮ ਕੀਤਾ। ਜੰਗ ਦੀ ਇੱਥੇ ਜਿੱਤ ਹੋਈ ਹੈ। ਅੱਗੇ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਅਗਲਾ ਪ੍ਰਸੰਗ ਕੱਲ੍ਹ ਸ਼ੁਰੂ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ